ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਵਿਗਨ ਨ ਕੇ ਨਾਸ਼ਕ ਵਿਗਨ ਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਮੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋਏ। ਦੋਹਰਾ ਸਭ ਪੰਜਾਬ ਕਵਰ ਤਬ ਦਾਸੀ ਭੇਜੀ ਤੋਰਨ ਤਿਨ ਕੇ ਪਾਸੇ। करे हटावना तुम कहा करो गुरु हुक्म को त्रास ना तरो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਸਰਵਣ ਕਰ ਰਹੇ ਸੀ ਪਿਛਲੇ ਦਿਨੀ, ਜਦੋਂ ਰਾਮ ਰਾਏ ਆਪਣੇ ਕਿਸੇ ਸੇਵਕ ਦਾ ਕੰਮ ਕਰਨ ਲਈ ਸਰੀਰ ਛੱਡ ਕਰਕੇ ਆਤਮਾ ਨਾਲ ਜਾਂਦਾ ਹੈ ਤਾਂ ਉਹਨਾਂ ਦੇ ਘਰ ਵਾਲੀ ਮਾਤਾ ਪੰਜਾਬ ਕੌਰ, ਜਿਸ ਨੂੰ ਸਾਰਾ ਪਤਾ ਹੈ ਕਿ ਰਾਮ ਰਾਏ ਦੱਸ ਕੇ ਗਿਆ ਹੈ ਕਿ ਮੇਰੇ ਸਰੀਰ ਨੂੰ ਕੋਈ ਛੇੜੇ ਨਾ, ਪਰ ਜਦੋਂ ਦੂਸਰੇ ਦਿਨ ਰਾਮ ਰਾਏ ਬਾਹਰ ਨਾ ਆਇਆ ਸਰੀਰ ਕਰਕੇ ਕਮਰੇ 'ਚੋਂ, ਅਤੇ ਕੁਝ ਮਸੰਦਾਂ ਨੇ ਸੋਚਿਆ ਵੀ ਕਿਤੇ ਰਾਮ ਰਾਏ ਮਰ ਹੀ ਨਾ ਗਿਆ ਹੋਵੇ, ਸਰੀਰ ਛੱਡ ਗਿਆ ਹੋਵੇ। ਆਪਾਂ ਉਹਨਾਂ ਦਾ ਸਰੀਰ ਦੇਖੀਏ ਅਤੇ ਮਾਤਾ ਪੰਜਾਬ ਕੌਰ ਨੇ ਉਹਨਾਂ ਨੂੰ ਰੋਕਣਾ ਕੀਤਾ। ਇੱਕ ਦਿਨ ਤਾਂ ਉਹ ਰੁਕ ਗਏ, ਦੂਜੇ ਦਿਨ ਫਿਰ ਉੱਠ ਕੇ ਰਾਮ ਰਾਏ ਵਾਲਾ ਉਹ ਕਮਰਾ ਖੋਲ੍ਹਣ ਲੱਗੇ ਹਨ। ਮਾਤਾ ਪੰਜਾਬ ਕੌਰ ਨੇ ਸੇਵਕਾਂ ਨੂੰ, ਦਾਸੀ ਨੂੰ ਭੇਜਿਆ ਕਿ ਇਹਨਾਂ ਨੂੰ ਰੋਕੋ, ਰਾਮ ਰਾਏ ਨੂੰ ਕੁਛ ਨਹੀਂ ਹੋਇਆ, ਉਹ ਆਪਣੇ ਕਿਸੇ ਸੇਵਕ ਦਾ ਕੰਮ ਕਰਨ ਲਈ ਗਏ ਹਨ, ਮੈਨੂੰ ਕਹਿ ਕੇ ਗਏ ਹੈ। ਅਤੇ ਅੱਗੋਂ ਮਸੰਦ ਕਹਿਣ ਲੱਗੇ ਉਹ ਜਾਣ ਬੁੱਝ ਕੇ ਦੱਸ ਕੇ ਨਹੀਂ ਗਏ ਹੋਣੇ ਕਿ ਪੰਜਾਬ ਕੌਰ ਦੁਖੀ ਹੋਵੇਗੀ, ਇਸ ਕਰਕੇ ਉਹ ਸਰੀਰ ਛੱਡ ਗਏ ਹਨ, ਨਹੀਂ ਤਾਂ ਹੁਣ ਨੂੰ ਆ ਜਾਂਦੇ ਜੇ ਗਏ ਹੁੰਦੇ ਤਾਂ ਗੁਰੂ ਪਿਆਰੂ ਇਹ ਗੇਟ ਖੋਲ੍ਹਣ ਲੱਗਦੇ ਹੈ। ਬੀਬੀ ਨੌਕਰਾਣੀ ਦਾਸੀ ਆ ਕੇ ਇਹਨਾਂ ਨੂੰ ਫਿਰ ਰੋਕਦੀ ਹੈ। ਜਿਵੇਂ ਕਿਵੇਂ ਕਰਕੇ ਮਸੰਦਾਂ ਨੂੰ ਦੂਜੀ ਵਾਰ ਫਿਰ ਰੋਕਿਆ ਗਿਆ ਕਿ ਤੁਸੀਂ ਰਾਮ ਰਾਏ ਦੇ ਸਰੀਰ ਨੂੰ ਨਾ ਛੇੜੋ। ਉਹ ਆਪਣੇ ਸੇਵਕ ਦਾ ਕੰਮ ਕਰਕੇ ਵਾਪਸ ਆ ਕੇ ਸਰੀਰ ਵਿੱਚ ਪ੍ਰਵੇਸ਼ ਕਰਨਗੇ ਅਤੇ ਫਿਰ ਬਾਹਰ ਆ ਜਾਣਗੇ ਉੱਠ ਕੇ ਆਪੇ। ਮਸਾਂ ਮਸੰਦਾਂ ਨੂੰ ਰੋਕਿਆ, ਸ਼ਾਮਾਂ ਵੀ ਹੋ ਗਈਆਂ ਸੀਗੀਆਂ। ਕਹਿੰਦੇ ਚੱਲ ਯਾਰ ਕੱਲ੍ਹ ਨੂੰ ਦੇਖਾਂਗੇ, ਜੇ ਕੱਲ੍ਹ ਨੂੰ ਨਾ ਉੱਠੇ
ਤੇ ਫਿਰ ਆਪਾਂ ਗੇਟ ਤੋੜ ਕੇ ਉਹਨਾਂ ਦੇ ਸਰੀਰ ਨੂੰ ਕੱਢ ਕੇ ਸੰਸਕਾਰ ਕਰ ਦੇਵਾਂਗੇ, ਐਵੇਂ ਬਦਬੂ ਪੈ ਜਾਵੇਗੀ ਸਰੀਰ ਵਿੱਚ। ਤਾਂ ਆਓ ਅਗਲੀ ਕਥਾ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਨ ਪੰਜਾਬ ਕਵਰ ਤਵ ਦਾਸੀ, ਭੇਜੀ ਤੋਰਨ ਤਿਨ ਕੇ ਪਾਸੇ। ਜਿਸ ਵੇਲੇ ਪੰਜਾਬ ਕੌਰ ਨੂੰ ਫਿਰ ਪਤਾ ਲੱਗਿਆ ਕਿ ਮਸੰਦ ਇਕੱਠੇ ਹੋ ਕਰਕੇ ਰਾਮ ਰਾਏ ਵਾਲੇ ਕਮਰੇ ਦਾ ਗੇਟ ਖੋਲ੍ਹਣ ਨੂੰ ਤਿਆਰ ਹਨ, ਤਾਂ ਮਾਤਾ ਪੰਜਾਬ ਕੌਰ ਜੀ ਜੋ ਉਹਨਾਂ ਦੇ ਸਪਤਨੀ ਹਨ, ਉਹਨਾਂ ਨੇ ਇਹਨਾਂ ਨੂੰ ਰੋਕਣ ਦੇ ਲਈ ਆਪਣੀ ਇੱਕ ਸੇਵਕਾ ਨੂੰ, ਦਾਸੀ ਨੂੰ ਭੇਜਿਆ ਜੀ। ਹਟਾਵਨਾ ਤਮ ਕਹਾ ਕਰ, ਗੁਰੂ ਹੁਕਮ ਕੋ ਤਰਾਸ ਨਾ ਧਰੋ। ਔਰ ਦਾਸੀ ਨੇ ਮਾਤਾ ਪੰਜਾਬ ਕੌਰ ਜੀ ਦੀ ਕਹੀ ਹੋਈ ਗੱਲ ਆ ਕੇ ਇਹਨਾਂ ਨੂੰ ਕਹੀ ਹੈ, ਤੁਸੀਂ ਗੁਰੂ ਰਾਮ ਰਾਏ ਤੋਂ ਡਰਦੇ ਹੀ ਨਹੀਂ, ਤੁਸੀਂ ਉਹਨਾਂ ਦੇ ਗੇਟ ਨੂੰ ਕਿਉਂ ਖੋਲਦੇ ਹੋ? ਕਹਿ ਕਰ ਆਪ ਸਿਧਾਰੇ, ਵਰਜੇ ਕਿਉਂ ਨਹਿ ਰਹਿਤ ਹਮਾਰੇ। ਜਦੋਂ ਤੁਹਾਨੂੰ ਦੱਸ ਦਿੱਤਾ ਹੈ ਕਿ ਮੈਨੂੰ ਰਾਮ ਰਾਏ ਜੀ ਦੱਸ ਕੇ ਗਏ ਹਨ, ਫਿਰ ਤੁਸੀਂ ਕਿਉਂ ਨਹੀਂ ਵਰਜੇ ਹੋਏ ਰੁਕਦੇ? ਆਵੇ ਨਿਜ ਦੇਹ ਸੰਭਾਰ ਹੈ, ਬੈਠਤ ਸਭਾ ਮਹਿ ਦਰਸ ਦਿਖਾ ਹੈ। ਔਰ ਉਹ ਜਲਦੀ ਆ ਜਾਣਗੇ ਤੇ ਫਿਰ ਤੁਹਾਨੂੰ ਸਭਾ ਵਿੱਚ ਬੈਠ ਕੇ ਦਰਸ਼ਨ ਵੀ ਦੇਣਗੇ। ਤੁਸੀਂ ਉਹਨਾਂ ਦੇ ਪਏ ਸਰੀਰ ਨੂੰ ਨਾ ਛੇੜੋ ਜੀ। ਮਸੰਦ ਪਨ ਗਮਨੇ ਪਾਸ, ਗੁਰਬਚ ਮਹਿਕਿਮ ਧਾਰਤ ਆਸ। ਤਾਂ ਫਿਰ ਇਹ ਮਸੰਦ ਜਿਹੜੇ ਹਨ ਇਕੱਠੇ ਹੋ ਕੇ ਮਾਤਾ ਪੰਜਾਬ ਕੌਰ ਜੀ ਦੇ ਕੋਲ ਆ ਕੇ ਦੱਸਦੇ ਹਨ, ਸੋਕ ਨ ਉਪਜੈ ਤੋਹੀ, ਹਿਤ ਧੀਰਜ ਤੇ ਕੇ ਭਾਖਿਓ ਉਹੀ। ਕਹਿਣ ਲੱਗੇ ਮਾਤਾ ਜੀ ਤੈਨੂੰ ਦੇਖ ਰੋਣਾ ਵੀ ਨਹੀਂ ਆ ਰਿਹਾ, ਕਿਉਂਕਿ ਤੈਨੂੰ ਧੀਰ ਜੀ ਐਡਾ ਵੱਡਾ ਦੇ ਗਏ ਕਿ ਅਸੀਂ ਕਿਸੇ ਸਿੱਖ ਦਾ ਕੰਮ ਕਰਨ ਚੱਲੇ ਹਾਂ, ਜਲਦੀ ਆਵਾਂਗੇ, ਇਸੇ ਕਰਕੇ ਤੁਹਾਡੇ ਅੰਦਰ ਰੋਣਾ ਨਹੀਂ ਪੈਦਾ ਹੋ ਰਿਹਾ। ਉਹ ਮਰ ਗਏ ਹਨ। ਕਿਉਂ ਗਤ ਕਰਨ ਦੇਤ ਨਹਿ ਆਛੇ, ਅਜਹੁ ਜੀਵ ਬੋ ਪਤ ਕੋ ਮਾਛੇ। ਤੁਸੀਂ ਹਜੇ ਵੀ ਕਹਿੰਦੇ ਹੋ ਕਿ ਮੇਰਾ ਪਤੀ ਜਿਉਂਦਾ ਹੈ, ਉੱਠੇਗਾ, ਕਮਰੇ ਚੋਂ ਬਾਹਰ ਆਵੇਗਾ। ਉਹ ਮਰ ਗਿਆ ਹੈ। ਤੁਹਾਨੂੰ ਜਾਣ ਬੁੱਝ ਕੇ ਦੱਸ ਕੇ ਨਹੀਂ ਗਏ ਕਿ ਪੰਜਾਬ ਕੌਰ ਇਹ ਗੱਲ ਸੁਣ ਕੇ ਕਿਤੇ ਰੋ ਨਾ ਪਵੇ, ਦੁਖੀ ਨਾ ਹੋ ਜਾਵੇ। ਇਸ ਕਰਕੇ ਕਿਉਂ ਨਹੀਂ ਉਹਨਾਂ ਦੇ ਸਰੀਰ ਦੀ ਸੰਸਕਾਰ ਸੰਭਾਲ ਆਦਿ ਕਰਨ ਦਿੰਦੇ ਜੀ। ਆਠ ਪਹਿਰ ਬੀਤੇ ਤਨ ਤਿਆਗੇ, ਆਬਦਰ ਗੰਧਤ ਹੋਵਨ ਲਾਗੇ। ਕੱਲ ਦੇ ਉਹ ਗਏ ਹਨ ਜਾਂ ਸਰੀਰ ਛੱਡਿਆ ਹੈ, ਹੁਣ ਤਾਂ ਉਹਨਾਂ ਦੇ ਸਰੀਰ 'ਚੋਂ ਦੁਰਗੰਧੀ ਵੀ ਆਉਣ ਲੱਗ ਗਈ ਹੋਵੇਗੀ। ਤੁਸੀਂ ਉਹਨਾਂ ਦੇ ਸਰੀਰ ਦਾ ਸਾਨੂੰ ਸੰਸਕਾਰ ਕਰਨ ਦਿਓ। ਕਿਉਂ ਸੰਸਕਾਰ ਨ ਦੇਤ ਸਰੀਰ, ਕਹਾਂ ਕਹੇ ਪਰ ਬਾਦਤ ਤੀਰ। ਤੁਸੀਂ ਕਿਹਾ ਉਹਨਾਂ ਦੀ ਇਸ ਗੱਲ ਤੇ ਭਰੋਸਾ ਕਰਕੇ ਬੈਠੇ ਹੋ ਕਿ ਉਹ ਵਾਪਸ ਆਉਣਗੇ, ਤੁਸੀਂ ਸਾਨੂੰ ਉਹਨਾਂ ਦੇ ਸਰੀਰ ਦਾ ਸੰਸਕਾਰ ਸੰਭਾਲ ਕਰਨ ਦਿਓ। ਜਿਨ ਪਾਕੇ ਸੋ ਭੇਵ ਨ ਜਾਣੈ, ਨਾਹਕ ਬੈਠੀ ਹਟ ਕੋ ਠਾਨੈ। ਔਰ ਤੁਸੀਂ ਐਵੇਂ ਹੀ ਜਿੱਦ ਕਰਦੇ ਹੋ, ਤੁਹਾਨੂੰ ਭੇਦ ਨਹੀਂ ਆਇਆ ਉਹਨਾਂ ਦਾ। ਪੰਜਾਬ ਕਵਰ ਪਨ ਕਹੀ, ਤਨ ਤਜ ਬਹਿ ਗਤ ਕੁਛ ਨ ਰਹੀ। ਤਾਂ ਬੀਬੀ ਪੰਜਾਬ ਕੌਰ ਕਹਿਣ ਲੱਗੀ, ਮੈਨੂੰ ਪਤਾ ਨਹੀਂ ਮੇਰੇ ਪਤੀ ਦਾ ਕਿ ਉਹ ਸਰੀਰ ਛੱਡ ਕੇ ਗਿਆ ਕਿ ਕਿਸੇ ਸਿੱਖ ਦਾ ਕੰਮ ਕਰਨ ਗਿਆ, ਮੈਨੂੰ ਸਭ ਪਤਾ ਹੈ। ਤਸ਼ਾਹ ਤੀਰ ਕੇ ਸਾਥ, ਆਚੀ ਰੀਤ ਕਹਿਆ ਬਚਨਾਥ। ਔਰ ਉਹਨਾਂ ਨੇ ਮੈਨੂੰ ਕੋਈ ਗਮ ਦੇ ਵਿੱਚ ਗੱਲ ਨਹੀਂ ਕੀਤੀ, ਖੁਸ਼ ਸਨ, ਪੂਰੇ ਉਤਸ਼ਾਹ ਦੇ ਨਾਲ ਸਨ। ਕਹਿੰਦੇ ਮੈਂ ਕਿਸੇ ਸਿੱਖ ਦਾ ਕੰਮ ਕਰਨ ਚੱਲਿਆ ਤੇ ਮੈਂ ਸਰੀਰ ਇੱਥੇ ਛੱਡ ਕੇ ਜਾਣਾ, ਕੋਈ ਛੇੜੇ ਨਾ, ਇਸ ਕਰਕੇ ਤੁਸੀਂ ਰੁਕ ਜਾਓ। ਨਹਿ ਕੇ ਵਾਰ ਕਿਮ ਖੋਲਨ ਕਰੀ ਹੈ, ਗੁਰ ਦਸਤੇ ਡਰ ਔਰ ਮਹਿ ਮਰੀ ਹੈ ਤਰੀਐ। ਤੁਸੀਂ ਨਹੀਂ ਗੇਟ ਖੋਲਣਾਗਾ ਰਾਮ ਰਾਏ ਦਾ, ਉਹਦੇ ਸਰੀਰ ਨੂੰ ਪਿਆ ਰਹਿਣ ਦਿਓ, ਕਿਉਂਕਿ ਅੰਦਰੋਂ ਸੰਗਲ ਲਾ ਕੇ ਰਾਮ ਰਾਏ ਨੇ ਫਿਰ ਸਰੀਰ ਛੱਡਿਆ ਸੀਗਾ। ਕਹਿਣ ਲੱਗੀ ਮਾਤਾ ਪੰਜਾਬ ਕੌਰ, ਤੁਸੀਂ ਗੇਟ ਨਹੀਂ ਖੋਲਣਾਗਾ, ਇਹਨੂੰ ਬੰਦ ਰਹਿਣ ਦਿਓ। ਨਾਹੀ ਤਾਂ ਸ਼ਰਾਪ ਦੇਹੇਗੇ ਭਾਰੇ, ਲਖ ਹੈ ਅਵਗਿਆ ਜਰਹ ਉਖਾਰੇ। ਜੇ ਤੁਸੀਂ ਨਾ ਰੁਕੇ ਤੇ ਤੁਹਾਨੂੰ ਰਾਮ ਰਾਏ ਦਾ ਐਸਾ ਸ਼ਰਾਪ ਲੱਗਣਾ ਹੈ
ਕਿ ਤੁਹਾਡੀਆਂ ਜੜ੍ਹਾਂ ਉਖੜ ਜਾਣਗੀਆਂ, ਖਤਮ ਹੋ ਜਾਓਗੇ। ਨੀਠ ਨੀਠ ਇਮ ਵਰਜ ਹਟਾਏ, ਚਾਹਤਾ ਚਤ ਅਬ ਦੇਹ ਜਰਾਏ। ਮਸਾਂ ਮਸਾਂ ਮਾਤਾ ਪੰਜਾਬ ਕੌਰ ਨੇ ਇਹਨਾਂ ਨੂੰ ਸਮਝਾ ਬੁਝਾ ਕੇ ਪਿੱਛੇ ਕੀਤਾ ਜੇ। ਰੌਲਾ ਕਰਤਾ ਰਹੇ ਦਿਨ ਸਾਰੇ, ਪਰੀ ਜਾਮਨੀ ਤਿਮਰ ਪਸਾਰੇ। ਸਾਰਾ ਦਿਨ ਬਸ ਇਹੀ ਗੱਲਾਂ ਚੱਲਦੀਆਂ ਰਹੀਆਂ ਕਿ ਰਾਮ ਰਾਏ ਸਰੀਰ ਛੱਡ ਗਿਆ ਹੈ, ਉਹ ਮਰ ਗਿਆ ਹੈ, ਉਹ ਮਹਾਨਾ ਮਾਰ ਕੇ ਸਰੀਰ ਨੂੰ ਤਿਆਗ ਗਿਆ ਆਪਣੀ ਮਰਜ਼ੀ ਦੇ ਨਾਲ। ਇਹਨਾਂ ਗੱਲਾਂ ਬਾਤਾਂ ਦੇ ਚੱਲਦਿਆਂ ਰਾਤ ਪੈ ਗਈ ਜੀ। ਮਿਲ ਮਸੰਦ ਤਵ ਮਤਾ ਪਕਾਈ, ਅਬ ਨਹਿ ਮਿਟਹ ਜੇ ਕਿ ਮੋਹ ਹਟਾਏ। ਅਖੀਰ ਸ਼ਾਮਾਂ ਨੂੰ ਇਹਨਾਂ ਨੇ ਕਹਿੰਦੇ ਸਲਾਹ ਕੀਤੀ, ਚੱਲ ਯਾਰ ਅੱਜ ਦਾ ਦਿਨ ਹੋਰ ਆਪਾਂ ਉਡੀਕ ਲੈਂਦੇ ਹਾਂ, ਹੁਣ ਤਾਂ ਰਾਤ ਪੈ ਗਈ ਤੇ ਰਾਤ ਲੰਘ ਜਾਣ ਦਿਓ, ਕੱਲ ਨੂੰ ਦੇਖਾਂਗੇ। ਜੇ ਤਾਂ ਆ ਗਏ ਤਾਂ ਠੀਕ ਹੈ, ਨਾ ਆਏ ਤਾਂ ਫਿਰ ਆਪਾਂ ਸੰਸਕਾਰ ਕਰ ਹੀ ਦੇਣਾ ਜੀ। ਬਰਾਤ ਕੈ ਦੇਹ ਸੰਸਕਾਰ, ਕੀਜੈ ਜਥਾ ਜੋਗ ਸਭ ਕਾਰ। ਤੜਕੇ ਆਪਾਂ ਗੇਟ ਖੋਲ ਹੀ ਲੈਣਾ, ਜਿੰਨਾ ਮਰਜ਼ੀ ਰੋਕੀ ਜਾਣ। ਕਰ ਮਸਲਤ ਇਮ ਨਿਸ ਮਹਿ ਸੋਏ, ਉਠੇ ਬਰਾਤਾ ਰਨ ਆਉਂਦੇ ਹੋਏ। ਅਰਨੋਦਾ ਹੁੰਦਾ ਸ੍ਰੀ ਆਪਣਾ ਦਿਨ ਦਾ ਚੜ ਜਾਣਾ, ਸੂਰਜ ਦਾ ਚੜ ਜਾਣਾ। ਕਹਿੰਦੇ ਇਉਂ ਰਾਤ ਨੂੰ ਇਹ ਸਲਾਹ ਕਰਕੇ ਪੈ ਗਏ ਬਈ ਤੜਕੇ ਜੇ ਤਾਂ ਰਾਮ ਰਾਏ ਆ ਗਿਆ ਤਾਂ ਠੀਕ ਹੈ, ਨਾ ਆਇਆ ਤੇ ਆਪਾਂ ਸੰਸਕਾਰ ਕਰ ਦੇਣਾ ਜੀ। ਤਨ ਤੌਰ ਕੇ ਵਾਰ ਉਗਾਰੇ, ਸਹਜਾ ਉਪਰ ਪਰੇ ਨਿਹਾਰੇ। ਤਾਂ ਇਹਨਾਂ ਨੇ ਦੂਜਾ ਦਿਨ ਚੜ੍ਹਿਆ ਗੁਰੂ ਪਿਆਰਿਓ। ਇਹ ਸਲਾਹਾਂ ਕਰਦੇ ਹਨ ਰਾਤ ਨੂੰ ਕਿ ਤੜਕੇ ਆਪਾਂ ਦਰਵਾਜ਼ਾ ਤੋੜ ਦੇਣਾ ਹੈ, ਕਿਉਂਕਿ ਸੰਗਲ ਅੰਦਰੋਂ ਲੱਗਿਆ, ਕੁੰਡਾ ਅੰਦਰੋਂ ਲੱਗਿਆ ਸੀ। ਤੜਕੇ ਕਹਿੰਦੀ ਆਪਾਂ ਕੁੰਡਾ ਤੋੜ ਦੇਣਾ ਤੇ ਕੱਢ ਕੇ ਸਰੀਰ ਦਾ ਸੰਸਕਾਰ ਆਪਾਂ ਨੇ ਧੱਕੇ ਨਾਲ ਮਾਤਾ ਜੀ ਤੋਂ ਕਰ ਦੇਣਾ ਜੀ। ਕਹੈ ਪੰਜਾਬ ਕਵਰ ਬਹਾ ਰਹੀ, ਗਰਬਤਾ ਮੁੰਡਨ ਮਾਨੀ ਨਹੀਂ। ਅਖੀਰ ਦੂਜਾ ਦਿਨ ਵੀ ਚੜ ਗਿਆ। ਇਹ ਹੰਕਾਰੀ ਮਸੰਦ ਉੱਠੇ, ਤਿਆਰ ਪਰ ਤਿਆਰ ਹੋਏ, ਕਮਰੇ ਦੇ ਕੋਲ ਆਏ। ਮਾਤਾ ਪੰਜਾਬ ਕੌਰ ਜੀ ਨੇ ਬੜਾ ਰੋਕਿਆ ਪਰ ਨਾ ਰੁਕੇ ਜੀ। ਸਵਹਿਨਦਾਨ ਲੀਨ ਉਚਾਈ, ਸੰਸਕਾਰ ਨਾ ਤਿਆਰੀ ਕਰਵਾਈ। ਔਰ ਧੱਕੇ ਦੇ ਨਾਲ ਇਹਨਾਂ ਨੇ ਗੇਟ ਖੋਲ੍ਹ ਲਿਆ। ਖੋਲ੍ਹਣ ਤੋਂ ਬਾਅਦ ਸਰੀਰ ਦੇਖੇ, ਅੰਦਰ ਖਾਲੀ ਸੀਗਾ ਔਰ ਉਸ ਨੂੰ ਬਾਹਰ ਕੱਢਿਆ ਜੀ। ਪੰਜਾਬ ਕੋਇਰ ਰਦਨਾਵੈ, ਦੇਖ ਦੇਖ ਬੜ ਸੋਗ ਬਦਾਵੈ। ਮਾਤਾ ਪੰਜਾਬ ਕੌਰ ਜੀ ਬੜਾ ਰੋਂਦੇ ਹਨ ਇਹਨਾਂ ਦੇ ਧੱਕੇ ਨੂੰ ਦੇਖ ਕੇ ਤੇ ਦੁਖੀ ਵੀ ਹੁੰਦੇ ਹਨ। ਦਿਨ ਕਰ ਚੜਿਆ ਬਿਮਾਨ ਬਣਾਇਓ, ਅਦਕ ਦਰਬ ਤੈ ਉੱਪਰ ਲਾਇਓ। ਔਰ ਦਿਨ ਚੜ ਗਿਆ, ਇਹਨਾਂ ਨੇ ਇੱਕ ਵਿਮਾਨ ਤਿਆਰ ਕੀਤਾ ਬੜਾ ਖਰਚਾ ਕਰਕੇ। ਦਾਸ ਮਸੰਦਾ ਸਿੱਖ ਸਮੁਦਾਏ, ਸਨ ਸਨ ਜਤਾ ਕਿਤ ਤੇ ਸਭ ਆਏ। ਔਰ ਇਸ ਤਰ੍ਹਾਂ ਜਿਵੇਂ ਜਿਵੇਂ ਲੋਕਾਂ 'ਚ ਗੱਲ ਫੈਲ ਗਈ ਕਿ ਰਾਮ ਰਾਏ ਸਰੀਰ ਤੇ ਆ ਗਿਆ ਤੇ ਲੋਕ ਜਿਹੜੇ ਸਨ ਇਹਦੇ ਸਿੱਖ ਸੇਵਕ ਦਾਸ ਮਸੰਦ ਆਦਿ ਸਭ ਇਕੱਠੇ ਹੋ ਗਏ ਜੀ। ਫੁੱਲਨ ਮਾਲਾ ਚੰਦਨ ਆਨਿਓ, ਸ਼ਬਦ ਕੀਰਤਨ ਮਿਲ ਬਖਿਆਨਿਓ। ਔਰ ਇਸ ਤਰ੍ਹਾਂ ਫੁੱਲਾਂ ਦੀਆਂ ਮਾਲਾ, ਚੰਦਨ ਦੀਆਂ ਲੱਕੜਾਂ ਆਦਿ ਸਭ ਇਕੱਤਰ ਕੀਤਾ ਹੈ ਤੇ ਸ਼ਬਦ ਕੀਰਤਨ ਕਰਦਿਆਂ ਹੋਇਆ ਇਹਨਾਂ ਨੇ ਉਹ ਵਿਵਾਨ ਚੱਕਿਆ ਜੀ। ਏਤ ਕਰੋ ਤਤਾ ਸੋਕ ਵਧਾਵਹਿ, ਗਣ ਤਨਵਾਨ ਮਸੰਦ ਅਲਾਵਹਿ। ਔਰ ਕਈ ਰੋ ਰੋ ਕੇ ਬੜੇ ਦੁਖੀ ਹੋ ਰਹੇ ਹਨ। ਸਾਰੇ ਅਮੀਰ ਮਸੰਦ ਕਹਾਉਂਦੇ ਸਨ ਆਪਣੇ ਆਪ ਨੂੰ। ਵੇਖੋ ਪੰਜਾਬ ਕੋਇਰ ਕਹਾ ਕੀਨਾ, ਗੁਰ ਕੋ ਭੇਦ ਸਕੀਨਹਿ ਚੀਨਾ। ਕਈ ਏਦਾਂ ਗੱਲਾਂ ਕਰਦੇ ਐ ਕਿ ਪਰਸੋਂ ਦਾ ਮਰਿਆ ਰਾਮ ਰਾਏ ਤੇ ਮਾਤਾ ਪੰਜਾਬ ਕੌਰ ਨੂੰ ਭੇਤ ਨਹੀਂ ਆਇਆ। ਦੇਖੋ ਉਹਨਾਂ ਨੇ ਸਰੀਰ ਦਾ ਸੰਸਕਾਰ ਕਰਨ ਨਹੀਂ ਦਿੱਤਾ ਜੀ। ਹੁਣ ਸਜਾਮਾ ਰਹਿਓ ਤਨ ਖਾਲੀ, ਸੰਸਕਾਰ ਨਾ ਕੀ ਕੀਨ ਨ ਚਾਲੀ। 16 ਪੈਰ ਹੋ ਗਏ ਸਰੀਰ ਛੱਡੇ ਨੂੰ
ਤੇ 16 ਪਹਿਰਾਂ ਦੇ ਬਾਅਦ ਵੀ ਹੁਣ ਆਪਾਂ ਧੱਕੇ ਨਾਲ ਲੈ ਕੇ ਆਂਦਾ, ਕਹਿੰਦੇ ਮਾਤਾ ਚੱਕਣ ਨਹੀਂ ਦਿੰਦੇ ਸੇ। अब भी तिसको कहियो मिटायो अंतर हेर बहर निकसायो। ਔਰ ਹੁਣ ਵੀ ਅਸੀਂ ਧੱਕੇ ਦੇ ਨਾਲ ਉਹਨਾਂ ਨੂੰ ਰੋਕ ਕਰਕੇ ਸਰੀਰ ਨੂੰ ਕਮਰੇ ਵਿੱਚੋਂ ਕੱਢ ਕੇ ਦੇਖਿਆ ਤਾਂ ਕੀ ਦੇਖਿਆ? विनाश वास्ते परयो शरीरा हम ने जान लीन बिन थीरा। ਔਰ ਅਸੀਂ ਦੂਰੋਂ ਹੀ ਜਾਣ ਲਿਆ ਸੀਗਾ ਕਿ ਸਰੀਰ ਦੇ ਵਿੱਚ ਸਵਾਸ ਨਹੀਂ ਚੱਲਦੇ। ਆ ਦੇਖ ਲਓ, ਲੈ ਖਾਲੀ ਹੈ। कहे परस्पर त्यारी ठन है चंदन काष्ठ संचय अन्न है। ਨਾਲੇ ਗੱਲਾਂ ਕਰੀ ਜਾਂਦੇ ਆ ਇਸ ਤਰ੍ਹਾਂ ਦੀਆਂ, ਨਾਲੇ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਹਨ। पूर्ण मसंदा मिल के समुदाय हित स्नान के जल सच ले आए। ਔਰ ਫਿਰ ਸਾਰੇ ਮਸੰਦਾਂ ਨੇ ਇਕੱਠੇ ਹੋ ਕਰਕੇ ਪਾਣੀ ਲਿਆ ਕਰਕੇ ਰਾਮ ਰਾਏ ਦਾ ਇਸ਼ਨਾਨ ਕਰਾਇਆ ਜੀ। उते मौका तन तिन्ह उठाया जीवत मना सब नह दर्शायो। ਔਰ ਗੁਰੂ ਪਿਆਰਿਓ, ਜਿਹੜੇ ਮੁਖੀ ਸਨ ਉਹਨਾਂ ਨੇ ਸਰੀਰ ਨੂੰ ਚੱਕਿਆ ਹੈ ਔਰ ਸਾਰਿਆਂ ਨੂੰ ਵਿਖਾਉਣਾ ਵੀ ਕੀਤਾ ਹੈ ਕਿ ਦੇਖ ਲਓ। कौन पंजाब कोयर वच भाखा बुरा कियो तम तन नह राखा। ਮਾਤਾ ਪੰਜਾਬ ਕੌਰ ਜੀ ਬੜੇ ਦੁਖੀ ਹਨ। ਰਾਮ ਰਾਏ ਦੇ ਘਰ ਵਾਲੇ ਕਹਿੰਦੇ ਤੁਸੀਂ ਚੰਗਾ ਨਹੀਂ ਕੀਤਾ, ਰਾਮ ਰਾਏ ਮੈਨੂੰ ਕਹਿ ਕੇ ਗਿਆ ਮੈਂ ਆਵਾਂਗਾ, ਤੁਸੀਂ ਇਹ ਸਰੀਰ ਸੰਸਕਾਰ ਕਰਨ ਲੱਗੇ ਠੀਕ ਨਹੀਂ ਕਰ ਰਹੇ ਜੀ। ਦੋਤਾ ਜੀਵਤ ਸਮ ਦੇਖੀ ਪਰ ਇਮ ਨਹਿ ਰਹਿ ਜੇ ਪ੍ਰਾਨੀ ਮਰੈ। ਤੁਸੀਂ ਇਹਦਾ ਚਿਹਰਾ ਦੇਖੋ, ਸਰੀਰ ਦੇਖੋ, ਉਸੇ ਤਰ੍ਹਾਂ ਕੋਮਲ ਪਿਆ, ਚਿਹਰਾ ਲਾਲ ਪਿਆ। ਜੇ ਬੰਦਾ ਮਰ ਗਿਆ ਹੋਵੇ ਤੇ ਸਰੀਰ ਦਾ ਜਿਹੜਾ ਹੈ ਦਸ਼ਾ ਉਹ ਕਾਲੀ ਪੀਲੀ ਹੋ ਜਾਂਦੀ ਹੈ। ਮੈਨੂੰ ਇਹ ਠੀਕ ਲੱਗਦਾ ਹਲੇ। ਚਿਤ ਮੈਂ ਲਗੇ ਧਾਰਨ ਪਤ ਕੋ ਕਹਾਂ ਕੀਮਤਮ ਪਾਸ਼ਰ ਗਤ ਕੋ। ਤਾਂ ਫਿਰ ਹੋਰ ਕੀ ਕਰ ਸਕਦੀ ਆ? ਹੁਣ ਰਾਮ ਰਾਏ ਨੂੰ ਯਾਦ ਕਰਦੀ ਹੈ ਕਿ ਤੁਸੀਂ ਇਹ ਕੀ ਕੀਤਾ, ਜਲਦੀ ਆਏ ਨਹੀਂ ਵਾਪਸ, ਪਿੱਛੇ ਤੁਹਾਡੇ ਸਰੀਰ ਦੀ ਬੇਅਦਬੀ ਕਰ ਦਿੱਤੇ ਹੈ। ਆਪੀ ਪਹੁੰਚੋ ਦੇਹ ਸੰਭਾਰੋ ਖੋਟ ਮਸੰਦਨ ਕੋ ਨਿਰਤਾਰੋ। ਅਰਦਾਸਾਂ ਬੇਨਤੀਆਂ ਕਰਦੀ ਆ, ਹਜੇ ਵੀ ਜਿੱਥੇ ਹੈਗੇ ਹੋ ਜਲਦੀ ਆਓ ਤੇ ਆਪਣੇ ਸਰੀਰ 'ਚ ਪ੍ਰਵੇਸ਼ ਕਰਕੇ ਉਠੋ ਔਰ ਇਹਨਾਂ ਮਸੰਦਾਂ ਦਾ ਖੋਟ ਪ੍ਰਗਟ ਕਰੋ ਜੀ। ਮੇਰਾ ਕਹਿਓ ਨ ਮੂਰਖ ਮਨ ਹੈ ਨਹਿ ਪ੍ਰਤਾਪ ਕੁਛ ਰਾਵਰ ਜਨ ਹੈ। ਇਹ ਮੇਰੀ ਗੱਲ ਨਹੀਂ ਮੰਨਦੇ, ਨਾ ਤੁਹਾਡੇ ਪ੍ਰਤਾਪ ਨੂੰ ਮੰਨਦੇ ਹਨ। ਲੋਚਨ ਮੂੰਦ ਧਿਆਨ ਜਬ ਠਾਨਾ ਲਗੇ ਕਰਾਵਨ ਤਨ ਇਸ਼ਨਾਨਾ। ਤੇ ਜਦੋਂ ਇਸ ਨੇ ਨੇਤਰ ਬੰਦ ਕਰਕੇ ਧਿਆਨ ਧਰਿਆ ਰਾਮ ਰਾਏ ਜੀ ਦਾ, ਤੇ ਉਧਰ ਜਿਹੜੇ ਮਨੁੱਖ ਸਨ ਸਾਰੇ ਮਸੰਦ ਉਹ ਸਰੀਰ ਦਾ ਇਸ਼ਨਾਨ ਕਰਾਉਣ ਲੱਗੇ ਜੀ। ਜਲ ਘਟ ਕੋ ਜਲ ਉਪਰ ਡਾਰਾ ਅਰਸ ਦਾਵਹੀ ਕਰ ਧਿਆਨ ਹਕਾਰਾ। ਔਰ ਇਧਰ ਪਾਣੀ ਦਾ ਘੜਾ ਪਾ ਕੇ ਇਸ਼ਨਾਨ ਕਰਵਾਇਆ ਤੇ ਉਧਰ ਪੰਜਾਬ ਕੌਰ ਨੇ ਆਪਣੇ ਧਿਆਨ ਦੇ ਨਾਲ ਰਾਮ ਰਾਏ ਨੂੰ ਬੁਲਾਉਣਾ ਕੀਤਾ ਜੀ। ਜਹਥ ਰਹਤੇ ਸਰਬਕਤ ਜਾਨੀ ਕੀਨ ਆਗ ਬਨ ਤੂਰਨ ਠਾਨੀ। ਤੇ ਰਾਮ ਰਾਏ ਨੂੰ ਇਹਦੀ ਅਰਦਾਸ ਬੇਨਤੀ ਸੁਣੀ ਹੈ, ਇਹਨੇ ਤੁਰੰਤ ਆਉਣ ਦੀ ਕੋਸ਼ਿਸ਼ ਕੀਤੀ। ਗਗਨ ਪੰਥ ਮੈਂ ਤਤ ਸ਼ਿਨ ਆਏ ਦੇਖੇ ਮਿਲੇ ਲੋਕ ਸਮੁਦਾਏ। ਔਰ ਕਹਿੰਦੇ ਰਾਮ ਰਾਏ ਰੂਹ ਕਰਕੇ ਆਕਾਸ਼ਾਂ ਵਿੱਚ ਆ ਗਿਆ ਹੈ, ਆਪਣੇ ਡੇਰੇ 'ਚ ਆ ਗਿਆ, ਜਿਹਨੂੰ ਧੌਲੀ ਧਾਰ ਕਹਿੰਦੇ ਆ, ਡੇਰਾ ਸਾਹਿਬ ਪੌਂਟਾ ਸਾਹਿਬ ਦੇ ਪਰਲੇ ਪਾਸੇ। ਉੱਥੇ ਕਹਿੰਦੇ ਪਹੁੰਚ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਦੇਖਿਆ ਹੈ ਜੀ। ਨਿਕਾਸ ਕਰਵਾਏ ਇਸ਼ਨਾਨਾ ਸੰਸਕਾਰ ਨਹਿਤ ਸਭ ਕਛ ਠਾਨਾ। ਉਹਨਾਂ ਨੇ ਦੇਖਣਾ ਕੀਤਾ ਹੈ ਕਿ ਮੇਰੇ ਸਰੀਰ ਦਾ ਸੰਸਕਾਰ ਕਰਨ ਲਈ ਇਹ ਤਾਂ ਸਾਰੀਆਂ ਤਿਆਰੀਆਂ ਕਰੀ ਬੈਠੇ ਹਨ। ਮਹਾ ਵਿਗਨ ਕੀਨ ਸਾ ਮਤ ਮੰਦਨਾ ਨਿਜ ਬਲ ਤੇ ਮਮ ਪ੍ਰਾਨ ਨਿਕੰਦਨਾ। ਇਹਨਾਂ ਮਾੜੀ ਖੋਟੀ ਮੱਤ ਵਾਲਿਆਂ ਨੇ ਬਹੁਤ ਗਲਤੀ ਕੀਤੀ ਹੈ, ਧੱਕੇ ਦੇ ਨਾਲ ਹੀ ਮੈਨੂੰ ਮਾਰਨ ਲੱਗੇ ਹਨ। ਆਵ ਜੀਵਨ ਕੀ ਬਾਤ ਨ ਆਛੇ ਦੇਖੋ ਤਨ ਸਭ ਹਨ ਮੁਝ ਪਾਸੇ। ਤਾਂ ਕਿਉਂਕਿ ਪਹਿਲਾਂ ਗੱਲ ਗੁਪਤ ਸੀਗੀ, ਨਾ ਕਮਰਾ ਖੋਲਦੇ ਚੁੱਪ ਕਰਕੇ ਪ੍ਰਵੇਸ਼ ਕਰਦੇ, ਕਹਿੰਦੇ ਹੁਣ ਤਾਂ ਸਾਰਿਆਂ ਨੇ ਮੈਨੂੰ ਮਰਿਆ ਵੀ ਦੇਖ ਲਿਆ ਸਰੀਰ ਕਰਕੇ।
ਹੁਣ ਮੇਰਾ ਜਾਣਾ ਵੀ ਠੀਕ ਨਹੀਂ ਜੀ। ਔਰ ਪੰਜਾਬ ਕਵਰਦ ਸਹੇਰਾ ਥਿਰੀ ਧਿਆਨ ਔਰ ਸੋਕ ਵਡੇਰਾ। ਔਰ ਪੰਜਾਬ ਕੌਰ ਨੂੰ ਵੀ ਸ਼ੋਕ ਦੇ ਵਿੱਚ ਦੇਖਦੇ ਹਨ, ਗਮ ਦੇ ਵਿੱਚ ਧਿਆਨ ਲਾ ਕੇ ਬੈਠੇ ਹੈ। ਮਹਾਕ੍ਰੋਧ ਤੇ ਸ਼ਬਦ ਸੁਣਾਨੋ ਮਿਲ ਮੂੰਡਨ ਵਡ ਵਿਗਨ ਉਠਾਇਓ। ਔਰ ਬੜੇ ਕ੍ਰੋਧ ਦੇ ਨਾਲ ਕਹਿੰਦੇ ਰਾਮ ਰਾਏ ਨੇ ਆਵਾਜ਼ ਕੀਤੀ ਆ ਉੱਚੀ, ਇਹਨਾਂ ਮੂਰਖਾਂ ਨੇ ਜਿਹੜੀ ਇਹ ਗਲਤੀ ਕੀਤੀ ਹੈ। ਪਹਰੇ ਹੋ ਘੋਰ ਆਪਦਾ ਮਾਹੀ ਬਦੈ ਵਿਖਾਤ ਮਿਟੈ ਕਿਮ ਨਾਹੀ। ਕਹਿਣ ਲੱਗਿਆ ਹੁਣ ਇਹਨਾਂ ਦੇ ਉੱਤੇ ਘੋਰ ਆਪਦਾ ਵੱਡੀ ਵਿਪਤਾ ਆਵੇਗੀ ਜਿਹੜੀ ਕਿ ਰੁਕ ਨਹੀਂ ਸਕੇਗੀ। ਇਹ ਆਪਸ ਵਿੱਚ ਲੜ ਲੜ ਕੇ ਮਰ ਜਾਣਗੇ। ਮਹਾਬਾਤ ਕੇ ਤਮਾ ਆਪ ਹੋਏ ਗੁਰ ਕੇ ਪ੍ਰਾਣ ਘਾਤ ਕਰ ਜੋਏ। ਤੁਸੀਂ ਆਪਣੇ ਪੂਜਿਆ ਰਾਮ ਰਾਏ ਨੂੰ, ਕਿਉਂਕਿ ਸਾਰੇ ਮਸੰਦ ਰਾਮ ਰਾਏ ਨੂੰ ਪੂਜਣ ਵਾਲੇ ਸਨ, ਇਹਨਾਂ ਨੂੰ ਗੁਰੂ ਮੰਨਦੇ ਸਨ ਸਾਰੇ ਲੋਕ। ਕਹਿੰਦੇ ਤੁਸੀਂ ਆਪਣੇ ਗੁਰੂ ਦੀ ਧੱਕੇ ਦੇ ਨਾਲ ਮੌਤ ਕੀਤੀ ਹੈ, ਇਹਦਾ ਫਲ ਤੁਹਾਨੂੰ ਭੋਗਣਾ ਪਵੇਗਾ। ਮਿਰਦਾ ਮਸੰਦਨ ਕੀ ਨਿਰਆਈ ਜਿਸ ਤੇ ਕੀਨ ਕੋ ਕਰਮ ਬਣਾਈ। ਅਸਲ ਦੇ ਵਿੱਚ ਇਹਨਾਂ ਮਸੰਦਾਂ ਦੀ ਮੌਤ ਨੇੜੇ ਆਈ ਹੋਈ ਹੈ ਜਿਨ੍ਹਾਂ ਨੇ ਇਹ ਕੋ ਕਰਮ ਮਾੜਾ ਕਰਮ ਕੀਤਾ ਜੀ। ਬੋਲਤਾ ਸੁਨਿਆ ਸ਼ਬਦ ਤਹ ਮਾਨਵਾ ਤੋ ਨਾ ਤਰਾਸ ਹਿਰਦੈ ਕਛ ਠਾਨਵਾ। ਕਹਿਣ ਲੱਗੇ ਇਹਨਾਂ ਨੇ ਉਹ ਆਵਾਜ਼ ਵੀ ਸੁਣੀ ਹੈ ਪਰ ਇਹ ਡਰੇ ਨਹੀਂ ਭੋਰਾ ਵੀ। ਕੌਣ ਪੰਜਾਬ ਕਵਰ ਸਾ ਭਾਖਾ ਮਮ ਪਲਟੇ ਕੀ ਰੱਖ ਅਬਲਾਖਾ। ਔਰ ਪੰਜਾਬ ਕੌਰ ਨੂੰ ਕਹਿੰਦੇ ਫਿਕਰ ਨਾ ਕਰ, ਮੈਂ ਜਲਦੀ ਹੀ ਇਹਨਾਂ ਦਾ ਖਾਤਮਾ ਕਰਾਂਗਾ। ਤਮ ਦੇਖਦੇ ਆਪ ਦਾ ਪਾਵੈ ਫਲ ਕੋ ਭੋਗੈ ਪ੍ਰਾਣ ਗਵਾਵੈ। ਤੇਰੇ ਸਾਹਮਣੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਦੁੱਖ ਭੋਗਣਾ ਪਵੇਗਾ, ਆਪਣੇ ਪ੍ਰਾਣਾਂ ਨੂੰ ਵੀ ਛੱਡਣਾ ਪਵੇਗਾ। ਅਬ ਤੋ ਬੀਤ ਗਈ ਸਭ ਬਾਤੀ ਗੁਰਮਤਿ ਚਿੱਤਾ ਧਰ ਠਾਨਾ ਸ਼ਾਂਤੀ। ਹੁਣ ਤਾਂ ਸਾਰੀ ਗੱਲ ਵਿਗੜ ਗਈ ਹੈ, ਬੀਤ ਗਈ ਹੈ ਉਹ ਗੱਲ। ਚਿੱਤ ਵਿੱਚ ਗੁਰਮਤਿ ਧਾਰ ਕੇ ਭਾਵ ਗੁਰੂ ਦੇ ਭਾਣੇ ਨੂੰ ਮੰਨਦੇ ਹੋਏ ਸ਼ਾਂਤੀ ਵਿੱਚ ਆਓ ਜੇ। ਉਤਮਾ ਕਰ ਪਲਟੇ ਕੋ ਪੈ ਹੈ ਨਾਹਤਾ ਇਹ ਤੁਝ ਬਹੁਤ ਦੁਖ ਦੇ ਹੈ। ਕੋਈ ਗੱਲ ਨਹੀਂ, ਫਿਕਰ ਨਾ ਕਰ, ਉਦਮ ਕਰਕੇ ਇਹਨਾਂ ਦਾ ਬਦਲਾ ਲਵੋ, ਨਹੀਂ ਤਾਂ ਇਹ ਤੈਨੂੰ ਵੀ ਦੁੱਖ ਦੇਣਗੇ। ਤੇਜ ਪ੍ਰਤਾਪ ਸਮੇਤ ਉਦਾਰਾ ਤੋਹਿ ਸਮੀਪ ਬਸੈ ਗੁਰ ਭਾਰਾ। ਔਰ ਕਹਿੰਦੀ ਆਕਾਸ਼ਬਾਣੀ ਵਿੱਚ ਹੀ ਇਹਨਾਂ ਨੂੰ ਕਹਿਣ ਲੱਗੇ ਤੇਰੇ ਨੇੜੇ ਭਾਰਾ ਗੁਰੂ ਭਾਵ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਹਨ। ਉਹ ਆ ਗਏ ਸੀ ਪੌਂਟਾ ਸਾਹਿਬ, ਉਹਨਾਂ ਨੇ ਆ ਕੇ ਵਸਾ ਲਿਆ ਸੀ ਉਹਨਾਂ ਦਿਨਾਂ ਵਿੱਚ ਜਿਸ ਵੇਲੇ ਰਾਮ ਰਾਏ ਜੀ ਨਾਲ ਇਹ ਘਟਨਾ ਵਰਤੀ ਆ। ਉਸ ਤੋਂ ਪਹਿਲਾਂ ਰਾਮ ਰਾਏ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਾਰੀ ਕਿਸ਼ਤੀ ਵਿੱਚ ਬੈਠ ਕੇ ਜਮਨਾ ਵਿੱਚ ਮਿਲ ਵੀ ਗਏ ਹਨ, ਗੱਲਬਾਤ ਕਰਕੇ ਗਏ ਹਨ। ਤਾਂ ਇਸ ਕਰਕੇ ਕਹਿਣ ਲੱਗੇ ਤੇਰੇ ਕੋਲੇ ਭਾਰਾ ਗੁਰੂ ਭਾਵ ਗੁਰੂ ਗੋਬਿੰਦ ਸਿੰਘ ਰਹਿੰਦੇ ਹਨ। 300 ਕਹਿ ਆਪਨ ਬਿਲਤੰਤਾ ਸਮ ਸੰਦ ਕੋ ਕੀਜੈ ਅੰਤਾ। ਤੂੰ ਜਾ ਕੇ ਸਾਰੀ ਗੱਲ ਉਹਨਾਂ ਨੂੰ ਦੱਸਣਾ ਕਰ, ਉਹੀ ਇਹਨਾਂ ਮਸੰਦਾਂ ਦਾ ਖਾਤਮਾ ਕਰਨਗੇ। ਪੰਜਾਬ ਕੋਇਰ ਸਮਝਾਈ ਬਾਹਰ ਨ ਗਿਰਾ ਗਗਨ ਤੇ ਆਈ। ਕਹਿੰਦੇ ਇੰਨੀ ਕੁ ਆਵਾਜ਼ ਰਾਮ ਰਾਏ ਦੀ ਪੰਜਾਬ ਕੌਰ ਨੇ ਸੁਣੀ ਹੈ ਤੇ ਫਿਰ ਉਹ ਆਵਾਜ਼ ਆਉਣੀ ਕਹਿੰਦੇ ਬੰਦ ਹੋ ਗਈ ਜੀ। ਪਰ ਪਹੁੰਚੇ ਕੀਨ ਸਵਾਸਾ ਇਸ ਪ੍ਰਕਾਰ ਭਾ ਅਜਬ ਤਮਾਸਾ। ਇਸ ਤਰ੍ਹਾਂ ਇਹ ਅਨੋਖਾ ਕੌਤਕ ਹੋਇਆ ਰਾਮ ਰਾਏ ਦੇ ਨਾਲ। ਇਹ ਤਾਂ ਦੇਵ ਲੋਕ ਨੂੰ ਚਲੇ ਗਏ, ਫਿਰ ਅੱਗੇ ਕੀ ਹੋਇਆ ਹੈ ਦੋਹਰਾ। ਸੰਸਕਾਰ ਸਮਗਰੀ ਸਹਿਤ ਤਨ ਲਿਓ ਬਹਿਰ ਨਿਕਾਸ ਜਲਤੇ ਦਇਆ ਸਨਾਨ ਕਰ ਭਿਖ ਗੁਰ ਪੁੱਤਰ ਉਦਾਸ। ਇਸ ਤਰ੍ਹਾਂ ਇਹਨਾਂ ਦਾ ਸਰੀਰ ਬਾਹਰ ਕੱਢਿਆ ਕਮਰੇ ਚੋਂ, ਸੰਸਕਾਰ ਦੀ ਸਾਰੀ ਤਿਆਰੀ ਕਰ ਲਈ ਹੈ, ਲੱਕੜਾਂ ਇਕੱਠੀਆਂ ਕਰ ਲਈਆਂ, ਚਿਖਾ ਬਣਾ ਦਿੱਤੀ ਹੈ ਔਰ ਜਲ ਨਾਲ ਇਸ਼ਨਾਨ ਕਰਾਉਂਦੇ ਹੋਏ ਵੇਖ ਕੇ ਗੁਰੂ ਪੁੱਤਰ ਭਾਵ ਰਾਮ ਰਾਏ ਜੀ ਬੜੇ ਉਦਾਸ ਹੋਏ ਹਨ। ਮੈਂ ਨਹਿ ਪਰਵੇਸ਼ ਕੋਨ ਕੀਨਾ ਹੋਏ ਨਿਰਾਸ ਸਰ ਪਰ ਮਗ ਲੀਨੋ। ਅਖੀਰ ਆਪਣੇ ਤਨ ਦਾ ਸੰਸਕਾਰ ਦੀਆਂ ਤਿਆਰੀਆਂ ਹੁੰਦਿਆਂ ਵੇਖਿਆਂ ਦੇਵ ਲੋਕ ਨੂੰ ਚਲੇ ਗਏ, ਭਾਵ ਸਰੀਰ ਵਿੱਚ ਆਉਣ ਦੀ ਕੋਸ਼ਿਸ਼ ਉਹਨਾਂ ਨੇ ਨਹੀਂ ਕੀਤੀ ਜੀ। ਪ੍ਰਾਪ ਗੁਰੂ ਕੋ ਸਰਾਪ ਚਿਤਾਰਾ ਨਹਿ ਜੀਵਨ ਮੈਂ ਨਿਜ ਮਨ ਧਾਰਾ। ਔਰ ਮੇਰੇ ਛੋਟੇ ਭਾਈ ਹਰਕ੍ਰਿਸ਼ਨ ਜੀ ਨੇ ਵੀ ਕਹਿ ਦਿੱਤਾ ਸੀ ਉਸ ਵੇਲੇ, ਕਿਉਂਕਿ ਜਿਸ ਵੇਲੇ ਕਹਿੰਦੇ
ਰਾਮ ਰਾਏ ਨੇ ਧੱਕੇ ਨਾਲ ਔਰੰਗਜ਼ੇਬ ਨੂੰ ਕਹਿ ਕਰਕੇ ਹਰਕ੍ਰਿਸ਼ਨ ਜੀ ਨੂੰ ਕੀਰਤਪੁਰ ਤੋਂ ਦਿੱਲੀ ਬੁਲਾਇਆ। ਇਹ ਜਾਣਾ ਨਹੀਂ ਸੀ ਚਾਹੁੰਦੇ, ਪਰ ਫਿਰ ਉਹਨਾਂ ਨੇ ਵਿਉਂਤਬੰਦੀ ਬਣਾ ਕੇ ਰਾਜਾ ਜੈ ਸਿੰਘ ਨੂੰ ਭੇਜ ਦਿੱਤਾ ਔਰ ਉਸਨੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਦਰਸ਼ਨ ਦਿਓ ਚੱਲ ਕੇ ਦਿੱਲੀ। ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ ਅਸੀਂ ਦਿੱਲੀ ਨਹੀਂ ਜਾਣਾ, ਪਰ ਜਦੋਂ ਬਹੁਤੀਆਂ ਮਿਹਨਤੀਆਂ ਕੀਤੀਆਂ ਤੇ ਫਿਰ ਇਸ ਪਰਨ ਦੇ ਗਏ ਕਿ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ, ਚਲੇ ਚੱਲਦੇ ਹਾਂ, ਸੰਗਤਾਂ ਨੂੰ ਦਰਸ਼ਨ ਦੇ ਦੇਵਾਂਗੇ, ਚਲੇ ਚੱਲਦੇ ਹਾਂ। ਤਾਂ ਉਸ ਵੇਲੇ ਗੁਰੂ ਪਿਆਰਿਓ ਹਰਕ੍ਰਿਸ਼ਨ ਜੀ ਮਹਾਰਾਜ ਚਲੇ ਗਏ, ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਰਹੇ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਹੈ। ਉੱਥੇ ਫਿਰ ਆ ਬਿਮਾਰੀ ਪੈ ਗਈ ਚੇਚਕ ਦੀ ਉਹਨਾਂ ਸਮਿਆਂ ਦੇ ਵਿੱਚ ਭਿਆਨਕ, ਤੇ ਕਿਤੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਸ ਤੋਂ ਪਹਿਲਾਂ, ਤੇ ਰਾਮ ਰਾਏ ਨੇ ਕਿਹਾ ਸੀ ਇਹ ਤਾਂ ਚੇਚਕ ਦਾ ਖਾਈਆ, ਇਹਨੂੰ ਚੇਚਕ ਹੋ ਜਾਵੇਗਾ। ਤੇ ਕਹਿੰਦੇ ਹਰਕ੍ਰਿਸ਼ਨ ਜੀ ਨੇ ਕਹਿ ਦਿੱਤਾ ਸੀਗਾ ਕਿ ਇਹ ਜਿਉਂਦਾ ਹੀ ਅੱਗ ਵਿੱਚ ਸੜੇਗਾ, ਕਿਉਂਕਿ ਈਰਖਾ ਕਰ ਰਿਹਾ। ਈਰਖਾ ਕਰਨੀ ਵੀ ਜਿਉਂਦੇ ਸੜਨਾ ਹੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ। ਤੋ ਬਚਨ ਸਹਿ ਸਵਾ ਕਹਿੰਦੇ ਹੋਏ ਸੀ, ਉਹ ਬਚਨ ਵੀ ਅੱਜ ਪੂਰੇ ਹੋਣੇ ਆ ਛੋਟੇ ਭਾਈ ਦੇ ਗੁਰਤਾ ਗੱਦੀ ਤੇ ਜੋ ਬੈਠੇ ਸਨ ਹਰਕ੍ਰਿਸ਼ਨ ਜੀ। ਇਸ ਕਰਕੇ ਇਹਨਾਂ ਗੱਲਾਂ ਨੂੰ ਯਾਦ ਕਰਕੇ ਅੱਜ ਰਾਮ ਰਾਏ ਨੇ ਆਪਣੇ ਸਰੀਰ ਨੂੰ ਤਿਆਗਣਾ ਹੀ ਠੀਕ ਸਮਝਿਆ ਔਰ ਚਲੇ ਗਏ ਜੀ। ਗਗਨ ਗਿਰਾ ਕਹਿਣਾ ਸੁਣ ਲੀਨੀ, ਗਰਵਤਾ ਮਹਿਦ ਮਸੰਦ ਨਾ ਚੀਨੀ। ਕਹਿਣ ਲੱਗੇ ਉਹ ਆਕਾਸ਼ਬਾਣੀ ਕਈ ਲੋਕਾਂ ਨੇ ਸੁਣੀ ਹੈ, ਪਰ ਹੰਕਾਰੀ ਮਸੰਦ ਜਿਹੜੇ ਕਿ ਸੰਸਕਾਰ ਕਰਨ ਨੂੰ ਤਿਆਰ ਸੀ, ਬਹੁਤਿਆਂ ਦੇ ਵਿੱਚ ਗੱਦੀ ਲੈਣ ਦਾ ਵੀ ਚਾਅ ਹੁੰਦਾ ਵੀ ਮੈਂ ਪਹਿਲਾਂ ਗੱਦੀ ਤੇ ਬੈਠਾ, ਇਸ ਤੋਂ ਪਹਿਲਾਂ ਮੈਂ ਬੈਠਾ। ਕਈਆਂ ਦੇ ਇਹ ਵੀ ਖਿਆਲ ਹੁੰਦੇ ਆ